ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਆਪਾਂ ਸੰਤ ਬਾਬਾ ਮਹਾ ਹਰਨਾਮ ਸਿੰਘ ਜੀ ਦੇ ਜੀਵਨ ਕਾਲ ਦੀ ਅਗਲੀ ਸਾਖੀ ਲੈ ਕੇ ਹਾਜ਼ਰ ਹੋਏ ਹਾਂ। ਸੰਤ ਮਲ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਕਰਦੇ ਸਨ। ਸੰਤ ਮਸਤਾਨ ਸਿੰਘ ਜੀ ਦਾ ਉਪਦੇਸ਼ ਲੈ ਕੇ ਨੌਕਰੀ ਛੱਡ ਕੇ ਘਰ ਆ ਗਏ। ਘਰੋਂ ਫਿਰ ਆਪਣੇ ਗੁਰੂ ਪਾਸ ਪੰਡੋਰੀ ਨਿਜਰਾ ਰਹੇ। ਫਿਰ ਕੁਝ ਸਮਾਂ ਸੁਸ ਪਿੰਡ ਰਹੇ। ਇੱਥੋਂ ਚੱਲ ਕੇ ਬਿਆਸ ਕਿਨਾਰੇ ਖਿਲਵੀ ਨਗਰ ਆ ਕੇ ਰਹੇ। ਫਿਰ ਪੰਡੋਰੀ ਨਿਜਰਾ ਆ ਕੇ ਟਿਕ ਗਏ। ਆਪ ਬੜੇ ਬੀਤਰਾਗ ਮਹਾਤਮਾ ਸਨ ਅਤੇ ਵਿਦਵਾਨ ਵੀ ਪੂਰਨ ਸਨ। ਪੰਡੋਰੀ ਰਹਿ ਕੇ 26 ਸਾਲ ਸਮਾਂ ਪੂਰਾ ਕਰਕੇ ਸੰਮਤ 1411 ਬਿਕਰਮੀ ਨੂੰ ਸੱਚਖੰਡ ਗਮਨ ਕਰ ਗਏ। ਸੰਤ ਮਲ ਸਿੰਘ ਜੀ ਨਿਜਰਾਂ ਦੀ ਪੰਡੋਰੀ ਤੋਂ ਚੜ੍ਹਦੇ ਵੱਲ ਪਾਸੇ ਥੋੜੀ ਹੀ ਦੂਰੀ ਇੱਕ ਡੇਰੇ ਵਿੱਚ ਰਹਿੰਦੇ ਸਨ। ਇਹਨਾਂ ਕੋਲ ਸਿੱਖਿਆਰਥੀ ਵਿਦਿਆ ਪੜ੍ਹਨ ਲਈ ਆਉਂਦੇ ਰਹਿੰਦੇ ਸਨ। ਇੱਥੇ ਵਿਦਿਆ ਦਾ ਲੰਗਰ ਤੇ ਅੰਨ ਦਾ ਲੰਗਰ ਦੋਨੇ ਹੀ ਚੱਲਦੇ ਸਨ। ਸੋ ਬਾਬਾ ਜੀ ਇਹਨਾਂ ਪਾਸ ਗੁਰੂਆਂ ਦੀ ਚਿੱਠੀ ਲੈ ਕੇ ਪਹੁੰਚ ਗਏ। ਪਹੁੰਚਣ ਤੋਂ ਬਾਅਦ ਸੰਤਾਂ ਨੇ ਚਿੱਠੀ ਪੜ੍ਹ ਕੇ ਵੱਖਰਾ ਕਮਰਾ ਦੇ ਦਿੱਤਾ। ਆਪ ਉੱਥੇ ਰਹਿਣ ਲੱਗ ਪਏ। ਉਹਨਾਂ ਸੰਤਾਂ ਕੋਲ ਹੋਰ ਵੀ ਵਿਦਿਆਰਥੀ ਰਹਿੰਦੇ ਸਨ, ਪਰੰਤੂ ਉਹਨਾਂ ਨੇ ਆਪਸ ਵਿੱਚ ਹੱਸਣਾ ਖੇਡਣਾ, ਪਰ ਬਾਬਾ ਜੀ ਆਨੰਦ ਮਗਨ ਹੀ ਰਹਿੰਦੇ ਸਨ। ਨਾ ਕਿਸੇ ਕੋਲ ਜਾਣਾ ਅਤੇ ਜੇ ਕਿਸੇ ਨੇ ਕੋਲ ਆ ਜਾਣਾ ਤਾਂ ਕੋਈ ਵੀ ਗੱਲ ਨਾ ਕਰਨੀ। ਜੇ ਸੇਵਾਦਾਰ ਨੇ ਬੁਲਾਉਣ ਦੀ ਕੋਸ਼ਿਸ਼ ਵੀ ਕਰਨੀ ਤਾਂ ਅੱਗੋਂ ਕੋਈ ਜਵਾਬ ਹੀ ਨਾ ਦੇਣਾ। ਇਸ ਤਰ੍ਹਾਂ ਕੁਝ ਸਮਾਂ ਬੀਤਿਆ। ਇੱਕ ਦਿਨ ਸੰਤ ਮਲ ਸਿੰਘ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਪੁੱਛਿਆ, ਜਿਹੜਾ ਸੰਤ ਸਾਡੇ ਕੋਲ ਸੰਤ ਰਾਮ ਸਿੰਘ ਜੀ ਦੀ ਚਿੱਠੀ ਲੈ ਕੇ ਆਇਆ ਹੈ, ਉਹ ਕੀ ਕਰਦਾ ਹੈ? ਉਹਨਾਂ ਨੇ ਕਿਹਾ, ਜੀ ਉਹ ਤਾਂ ਆਪਣੇ ਕਮਰੇ ਵਿੱਚ ਹੀ ਰਹਿੰਦਾ ਹੈ ਜਾਂ ਕਦੇ ਬਾਹਰ ਨੂੰ ਚਲਾ ਜਾਂਦਾ ਹੈ। ਬੋਲਦਾ ਚਾਲਦਾ ਨਹੀਂ ਕਿਸੇ ਨਾਲ ਵੀ। ਕਦੇ ਸ਼ਾਮ ਨੂੰ ਲੰਗਰ ਵਿੱਚ ਰੋਟੀ ਛਕ ਲੈਂਦਾ ਹੈ। 8 ਪਹਿਰਾਂ ਵਿੱਚ ਇੱਕ ਵਾਰੀ ਛਕਦਾ ਹੈ। ਫਿਰ ਲਾਂਗਰੀ ਸਿੰਘ ਨੂੰ ਬੁਲਾ ਕੇ ਪੁੱਛਿਆ। ਉਸਨੇ ਦੱਸਿਆ 8 ਪਹਿਰਾਂ ਬਾਅਦ ਵੱਧ ਤੋਂ ਵੱਧ ਇੱਕ ਪ੍ਰਸਾਦਾ ਹੀ ਛਕਦਾ ਹੈ। ਇਸ ਤੋਂ ਬਿਨਾਂ ਕਦੇ ਕੁਝ ਨਹੀਂ ਮੰਗਿਆ। ਇਹ ਸੁਣ ਕੇ ਸੰਤ ਮਲ ਸਿੰਘ ਜੀ ਚੁੱਪ ਕਰ ਗਏ। ਕੁਝ ਦਿਨਾਂ ਤੋਂ ਬਾਅਦ ਇੱਕ ਦਿਨ ਸੰਤ ਮਲ ਸਿੰਘ ਜੀ ਡੇਰੇ ਵਿੱਚ ਫਿਰਦੇ ਫਿਰਦੇ ਬਾਬਾ ਜੀ ਦੇ ਕਮਰੇ ਦੇ ਅੱਗੇ ਆ ਗਏ ਤੇ ਬਾਬਾ ਜੀ ਅੰਦਰ ਬੈਠੇ ਸਨ। ਬਾਬਾ ਜੀ ਨੇ ਸੰਤਾਂ ਨੂੰ ਦੇਖ ਕੇ ਸਤਿਕਾਰ ਨਾਲ ਉੱਠ ਖਲੋਤੇ ਤੇ ਉਹਨਾਂ ਨੇ ਵੀ ਇਹਨਾਂ ਦੀ ਰਹਿਣੀ ਬਹਿਣੀ ਦੇਖ ਕੇ ਚੰਗਾ ਸਤਿਕਾਰ ਕੀਤਾ ਤੇ ਕਿਹਾ, ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੰਗ ਲਿਆ ਕਰੋ। ਇਤਨਾ ਬਚਨ ਕਰਕੇ ਸੰਤ ਵਾਪਸ ਮੁੜ ਆਏ। ਉਸ ਤੋਂ ਬਾਅਦ ਐਸਾ ਸਮਾਂ ਆਇਆ, ਬਾਬਾ ਜੀ ਨੇ ਆਪਣੇ ਕਮਰੇ ਅੰਦਰ ਵੜ ਕੇ ਬੂਹਾ ਅੰਦਰੋਂ ਬੰਦ ਕਰ ਲਿਆ ਅਤੇ 4 ਦਿਨ ਅੰਦਰ ਹੀ ਰਹੇ। ਚੌਥੇ ਦਿਨ ਸੇਵਾਦਾਰਾਂ ਨੇ ਸੰਤਾਂ ਕੋਲ ਜ਼ਿਕਰ ਕੀਤਾ, ਜੋ ਨਵਾਂ ਸੰਤ ਆਇਆ ਹੈ ਉਹ 4 ਦਿਨਾਂ ਤੋਂ ਅੰਦਰ ਹੀ ਬੈਠਾ ਹੈ। ਉਹਨਾਂ ਨੇ ਕਿਹਾ, ਜਾਓ ਪਤਾ ਕਰੋ। ਸੇਵਾਦਾਰਾਂ ਨੇ ਸੰਤਾਂ ਨੂੰ ਜਾ ਕੇ ਦੱਸਿਆ, ਬੂਹਾ ਅੰਦਰੋਂ ਬੰਦ ਕਰੀ ਬੈਠਾ ਹੈ। ਅਸੀਂ ਆਵਾਜ਼ਾਂ ਵੀ ਮਾਰੀਆਂ ਤੇ ਖੜਕਾ ਵੀ ਕੀਤਾ ਹੈ ਪਰ ਬੋਲਦਾ ਨਹੀਂ। ਸੰਤ ਮਲ ਸਿੰਘ ਜੀ ਉੱਠ ਕੇ ਆਏ ਤੇ ਬੂਹਾ ਖੜਕਾਇਆ, ਪਰ ਬਾਬਾ ਜੀ ਨੇ ਕੋਈ ਆਵਾਜ਼ ਨਾ ਦਿੱਤੀ। ਫਿਰ ਉਹਨਾਂ ਨੇ ਸੇਵਾਦਾਰਾਂ ਤੋਂ ਤਖਤੇ ਦੀ ਚੂੜ ਪੁੱਟ ਕੇ ਵੇਖਿਆ ਕਿ ਬਾਬਾ ਜੀ ਅੰਦਰ ਚੌਂਕੜਾ ਮਾਰ ਕੇ ਸਮਾਧੀ ਵਿੱਚ ਬੈਠੇ ਸਨ। ਉਹ ਵੇਖ ਕੇ ਵਾਪਸ ਚਲੇ ਗਏ ਤੇ ਬੁਲਾਇਆ ਨਹੀਂ। ਤਖਤੇ ਨੂੰ ਉਸੇ ਤਰ੍ਹਾਂ ਗੇਟ ਲਾ ਦਿੱਤਾ ਤੇ ਸੇਵਾਦਾਰਾਂ ਨੂੰ ਕਿਹਾ, ਕਿਸੇ ਨੇ ਦਰਵਾਜ਼ੇ ਦੇ ਨੇੜੇ ਨਹੀਂ ਜਾਣਾ। ਜਦੋਂ ਇਹ ਆਪਣੇ ਆਪ ਬਾਹਰ ਆਵਣ ਤਾਂ ਸਾਨੂੰ ਦੱਸ ਦੇਣਾ। ਉਸ ਦਿਨ ਸ਼ਾਮ ਨੂੰ ਬਾਬਾ ਜੀ ਨੇ ਸਮਾਧੀ ਖੋਲੀ ਤੇ ਬਾਹਰ ਆਏ। ਸੇਵਕਾਂ ਨੇ ਸੰਤਾਂ ਨੂੰ ਖਬਰ ਕਰ ਦਿੱਤੀ ਤਾਂ ਸੰਤ ਸਤਿਕਾਰ ਨਾਲ ਆ ਕੇ ਮਿਲੇ। ਪਹਿਲਾਂ ਉਹਨਾਂ ਨੇ ਜਲ ਪਾਣੀ ਪੁੱਛਿਆ ਤਾਂ ਬਾਬਾ ਜੀ ਨੇ ਦੁੱਧ ਮੰਗਿਆ। ਦੁੱਧ ਛਕ ਕੇ ਫਿਰ ਬਾਹਰ ਨੂੰ ਚਲੇ ਗਏ। ਜਦੋਂ ਬਾਹਰ ਮੁੜ ਆਏ ਤਾਂ ਕਮਰੇ ਵਿੱਚ ਹੀ ਆ ਕੇ ਬਿਰਾਜ ਗਏ। ਕੁਝ ਦਿਨਾਂ ਤੋਂ ਬਾਅਦ ਸੰਤ ਮਲ ਸਿੰਘ ਜੀ ਨੇ ਬਾਬਾ ਜੀ ਨੂੰ ਆਪਣੇ ਕੋਲ ਬੁਲਾ ਕੇ ਗੱਲਬਾਤ ਚਲਾਈ, ਕਿਉਂਕਿ ਸੰਤ ਮਲ ਸਿੰਘ ਜੀ
ਤਕੜੇ ਵਿਦਵਾਨ ਕਮਾਈ ਵਾਲੇ ਸਨ। ਕੁਝ ਪਰਮਾਰਥ ਬਾਰੇ ਬਾਬਾ ਜੀ ਨਾਲ ਪ੍ਰਸ਼ਨ ਕੀਤੇ। ਬਾਬਾ ਜੀ ਨੇ ਯਥਾਯੋਗ ਉਹਨਾਂ ਦੇ ਉੱਤਰ ਦਿੱਤੇ। ਸੰਤ ਉੱਤਰ ਸੁਣ ਕੇ ਬੜੇ ਪ੍ਰਸੰਨ ਹੋਏ। ਫਿਰ ਸੰਤਾਂ ਨੇ ਨਿਤਨੇਮ ਬਾਰੇ ਪੁੱਛਿਆ ਤਾਂ ਆਪ ਨੇ ਜਪਜੀ ਸਾਹਿਬ ਦੇ ਪਾਠਾਂ ਦੇ ਅਤੇ ਮੂਲ ਮੰਤਰ ਦੇ ਸਿਮਰਨ ਦਾ ਨਿਤਨੇਮ ਦੱਸਿਆ। ਉੱਤਰ ਸੁਣ ਕੇ ਸੰਤ ਬਹੁਤ ਪ੍ਰਸੰਨ ਹੋਏ ਤੇ ਕਿਹਾ ਕਿ ਤੁਸੀਂ ਧੰਨ ਹੋ। ਇਸ ਤਰ੍ਹਾਂ ਕਹਿ ਕੇ ਹੱਥ ਜੋੜ ਕੇ ਆਪਣੇ ਵੱਲੋਂ ਸਤਿਕਾਰ ਕੀਤਾ। ਬਾਬਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜੀ ਤੁਸੀਂ ਸਾਡੇ ਦਾਦਾ ਗੁਰੂ ਹੋ। ਤਾਂ ਸੰਤਾਂ ਨੇ ਕਿਹਾ, ਉਮਰ ਕਰਕੇ ਜਾਂ ਜਨਮ ਕਰਕੇ ਕੋਈ ਵੱਡਾ ਨਹੀਂ ਬਣਦਾ, ਕਮਾਈ ਵੱਡੀ ਹੈ। ਜੋ ਕਮਾਈ ਕਰੇਗਾ ਉਹ ਸਤਿਕਾਰਯੋਗ ਹੈ। ਸੰਤਾਂ ਨੇ ਪੁੱਛਿਆ, ਕੋਈ ਫੁਰਨਾ ਤਾਂ ਨਹੀਂ ਬਣਿਆ? ਬਾਬਾ ਜੀ ਨੇ ਜਵਾਬ ਦਿੱਤਾ, ਕਈ ਵਾਰ ਸੰਤ ਰਾਮ ਸਿੰਘ ਜੀ ਕੋਲ ਰਹਿੰਦਿਆਂ ਤੋਂ ਭਗਤਾਂ ਦੀ ਬਾਣੀ ਪੜ੍ਹਦਿਆਂ ਹੋਇਆਂ ਅਸੀਂ ਇਹ ਪੰਕਤੀਆਂ ਸੁਣੀਆਂ ਸਨ। ਉਹ ਪਰਮ ਪੁਰਖ ਦੇਵਾਂਦ ਦੇਵ ਭਗਤ ਹੇਤ ਨਰਸਿੰਘ ਭੇਵ। ਫਿਰ ਅਸੀਂ ਸੰਤ ਰਾਮ ਸਿੰਘ ਜੀ ਕੋਲ ਬੇਨਤੀ ਕੀਤੀ ਸੀ ਕਿ ਨਰਸਿੰਘ ਜੀ ਦੇ ਵੀ ਦਰਸ਼ਨ ਹੋ ਸਕਦੇ ਹਨ। ਉਹਨਾਂ ਨੇ ਕਿਹਾ, ਕਮਾਈ ਕਰਨ ਵਾਲਿਆਂ ਨੂੰ ਸਭ ਕੁਝ ਹੋ ਸਕਦਾ ਹੈ। ਫਿਰ ਅਸੀਂ ਉਹਨਾਂ ਨੂੰ ਪੁੱਛਿਆ ਕਿ ਕਿਸ ਤਰ੍ਹਾਂ? ਉਹਨਾਂ ਨੇ ਉੱਤਰ ਦਿੱਤਾ, ਅਸੀਂ ਨਰਸਿੰਘ ਦਾ ਅਵਤਾਰ ਭਗਤ ਪ੍ਰਹਲਾਦ ਦੀ ਰੱਖਿਆ ਕਰਨ ਵਾਸਤੇ ਹੋਇਆ ਸੀ। ਉਸ ਤੋਂ ਬਾਅਦ ਨਰਸਿੰਘ ਦੀ ਕਿਸੇ ਨੇ ਉਪਾਸਨਾ ਨਹੀਂ ਕੀਤੀ ਤਾਂ ਨਾ ਇਹ ਪ੍ਰਤੱਖ ਹੋਏ। ਉਸ ਤੋਂ ਬਾਅਦ ਸਾਨੂੰ ਕੋਈ ਫੁਰਨਾ ਨਹੀਂ ਹੋਇਆ। ਤਾਂ ਸੰਤ ਮਲ ਸਿੰਘ ਜੀ ਨੇ ਕਿਹਾ, ਹਾਂ ਠੀਕ ਹੈ, ਪਰ ਨਰਸਿੰਘ ਦੀ ਪ੍ਰੀਖਿਆ ਬੜੀ ਕਰੜੀ ਹੈ। ਉਹਨਾਂ ਦਾ ਦਰਸ਼ਨ ਬੜਾ ਤੇਜ਼। ਪਰ ਤੁਸੀਂ ਜਿਸ ਤਰ੍ਹਾਂ ਕਠਿਨ ਕਮਾਈ ਕਰ ਰਹੇ ਹੋ, ਇਸ ਅੱਗੇ ਕੋਈ ਵੱਡੀ ਗੱਲ ਨਹੀਂ ਹੈ। ਜੇ ਕਰਨਾ ਚਾਹੋਗੇ ਤਾਂ ਹੋ ਜਾਣਗੇ। ਇਸ ਤਰ੍ਹਾਂ ਬਚਨ ਕਰਕੇ ਸੰਤ ਮਲ ਸਿੰਘ ਜੀ ਨੇ ਸ੍ਰੀ ਨਰਸਿੰਘ ਕਵਚ ਨਾਮ ਦਾ ਇੱਕ ਸ਼ਬਦ ਦੱਸਿਆ। ਕਿਹਾ ਕਿ ਇਸ ਦੇ 5 ਪਾਠ ਰੋਜ਼ ਸ਼ਾਮ ਵੇਲੇ ਕਰ ਲਿਆ ਕਰੋ। ਸੰਤਾਂ ਨੇ ਕਿਹਾ, ਆਪਣਾ ਨਿਸ਼ਾਨਾ ਤਾਂ ਗੁਰੂ ਨਾਨਕ ਨਿਰੰਕਾਰ ਹੀ ਹੈ। ਇਸ ਤੋਂ ਬਾਅਦ ਬਾਬਾ ਜੀ ਉੱਠ ਕੇ ਆਪਣੇ ਕਮਰੇ ਵਿੱਚ ਚਲੇ ਗਏ। ਇਸ ਬਚਨ ਤੋਂ ਕੁਝ ਦਿਨ ਬਾਅਦ ਸੰਤ ਮਲ ਸਿੰਘ ਜੀ ਡੇਰੇ ਵਿੱਚ ਫਿਰਦੇ ਫਿਰਦੇ ਬਾਬਾ ਜੀ ਦੇ ਕਮਰੇ ਵੱਲ ਚਲੇ ਗਏ। ਜਾ ਕੇ ਬੂਹੇ ਅੱਗੇ ਖਲੋ ਗਏ। ਬਾਬਾ ਜੀ ਸਮਾਧੀ ਵਿੱਚ ਬੈਠੇ ਰਹੇ। ਉਸ ਵਕਤ ਸੰਤਾਂ ਨੂੰ ਬਾਬਾ ਜੀ ਦੀ ਥਾਂ ਨਰਸਿੰਘ ਦਾ ਰੂਪ ਦਿਸਿਆ ਅਤੇ ਬੇਅੰਤ ਤੇਜ ਨਜ਼ਰ ਆਇਆ। ਤਾਂ ਸੰਤਾਂ ਨੇ ਆਵਾਜ਼ ਦੇ ਕੇ ਬਾਬਾ ਜੀ ਨੂੰ ਕਿਹਾ, ਮਹਾਂਪੁਰਖੋ ਸੰਭਲ ਜਾਓ। 3 ਵਾਰ ਇਹ ਆਵਾਜ਼ ਦਿੱਤੀ। ਆਵਾਜ਼ ਸੁਣ ਕੇ ਬਾਬਾ ਜੀ ਨੇ ਨੇਤਰ ਖੋਲੇ ਤਾਂ ਸੰਤਾਂ ਨੇ ਕਿਹਾ, ਤੁਸੀਂ ਤਾਂ ਆਪ ਨਰਸਿੰਘ ਬਣੇ ਬੈਠੇ ਹੋ। ਬਾਬਾ ਜੀ ਨੇ ਕਿਹਾ, ਜੀ ਸਾਨੂੰ ਤਾਂ ਕੋਈ ਪਤਾ ਨਹੀਂ। ਸੰਤਾਂ ਨੇ ਕਿਹਾ, ਅਸੀਂ ਪ੍ਰਤੱਖ ਸਭ ਕੁਝ ਦੇਖਿਆ ਹੈ ਅਤੇ ਤੁਹਾਡੀ ਇੱਛਾ ਪੂਰੀ ਹੋ ਗਈ ਹੈ। ਬਾਬਾ ਜੀ ਨੇ ਕਿਹਾ, ਜੀ ਸਾਨੂੰ ਤਾਂ ਦਰਸ਼ਨ ਨਹੀਂ ਹੋਏ। ਤਾਂ ਸੰਤ ਮਲ ਸਿੰਘ ਜੀ ਨੇ ਕਿਹਾ, ਜਦੋਂ ਆਪ ਹੀ ਉਹਨਾਂ ਦਾ ਰੂਪ ਹੋ ਗਏ ਤਾਂ ਦਰਸ਼ਨ ਵਾਲੀ ਗੱਲ ਪਿੱਛੇ ਤਾਂ ਨਹੀਂ ਰਹਿ ਗਈ। ਚਲੋ ਕਿਤੇ ਦਰਸ਼ਨ ਵੀ ਹੋ ਜਾਣਗੇ। ਫਿਰ ਸੰਤ ਮਲ ਸਿੰਘ ਜੀ ਨੇ ਆਪ ਜੀ ਦਾ ਨਾਂ ਪੁੱਛਿਆ। ਆਪ ਜੀ ਨੇ ਦੱਸਿਆ, ਜੀ ਸੰਤ ਰਾਮ ਸਿੰਘ ਜੀ ਨੇ ਮੇਰਾ ਨਾਮ ਹਰਨਾਮ ਸਿੰਘ ਰੱਖਿਆ ਹੈ। ਸੰਤ ਮਲ ਸਿੰਘ ਜੀ ਨੇ ਕਿਹਾ, ਨਹੀਂ, ਤੁਹਾਡਾ ਨਾਮ ਮਹਾ ਹਰਨਾਮ ਸਿੰਘ ਹੈ, ਪਰ ਹੁਣ ਤੁਸੀਂ ਇੱਥੋਂ ਚਲੇ ਜਾਓ। ਆਪਣੀ ਇੱਛਾ ਅਨੁਸਾਰ ਵਿਚਰੋ। ਇਹ ਸਾਡੀ ਬੇਨਤੀ ਹੈ, ਹੁਕਮ ਨਹੀਂ। ਕਿਤੇ ਸਾਡੇ ਸੇਵਾਦਾਰ ਤੁਹਾਡੀ ਬੇਅਦਬੀ ਕਰ ਦੇਵੇ, ਫਿਰ ਮੁਸ਼ਕਲ ਬਣ ਜਾਏਗੀ। ਤਾਂ ਆਪ ਜੀ ਨੇ ਪੁੱਛਿਆ, ਮੈਂ ਕਿੱਥੇ ਜਾਵਾਂ? ਤਾਂ ਸੰਤਾਂ ਨੇ ਕਿਹਾ, ਸਾਰੀ ਧਰਤੀ ਤੁਹਾਡੀ ਹੈ। ਤੁਹਾਡੇ ਰਹਿਣ ਵਾਲੀ ਪਵਿੱਤਰ ਧਰਤੀ ਅੰਮ੍ਰਿਤਸਰ ਹੈ, ਉੱਥੇ ਪਹੁੰਚ ਜਾਓ। ਸੋ ਇਸ ਤਰ੍ਹਾਂ ਉਹਨਾਂ ਦਾ ਬਚਨ ਮੰਨ ਦੇ ਅੰਮ੍ਰਿਤਸਰ ਵੱਲ ਤੁਰ ਪਏ। ਸੁਣਿਆ ਹੈ ਇੱਥੇ ਸੰਤ ਕਾਹਨ ਸਿੰਘ ਜੀ ਸੰਤ ਮਲ ਸਿੰਘ ਜੀ ਦੇ ਚੇਲੇ ਸਨ। ਉਹਨਾਂ ਦੇ ਪਾਸ ਆ ਕਰਕੇ ਟਿਕ ਗਏ। ਅੱਜ ਦੀ ਸੇਵਾ ਪ੍ਰਵਾਨ ਕਰਨੀ ਅਤੇ ਅਗਲੀ ਸਾਖੀ ਅਗਲੇ ਭਾਗ 'ਚ ਲੈ ਕੇ ਹਾਜ਼ਰ ਹੋਵਾਂਗੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।